ਆਇਲਸ ਨਾ ਇੱਕ ਬੱਚੇ ਵਾਸਤੇ ਖੌਫ ਬਣ ਜਾਂਦਾ ਹੈ ਜੀ। ਉਹ ਕਹਿੰਦੀ ਹੈ ਜੀ ਮਲਟੀਪਲ ਅਟੈਂਪਟਸ ਕਰਦੇ ਆ, ਸਾਡੇ ਜੀ 6 ਈਚ ਜਾਂ 6.5 ਬੈਂਡਸ ਨਹੀਂ ਆਉਂਦੇ ਜੀ। ਸੋ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਇਹ ਬੱਚਿਆਂ ਵਾਸਤੇ ਹਊਆ ਕਿਉਂ ਬਣਿਆ ਹੋਇਆ ਹੈ, ਖੌਫ ਕਿਉਂ ਬਣਿਆ ਹੈ। 21 ਸਾਲ ਤੋਂ ਅਸੀਂ ਆਇਲਸ ਦੀ ਪ੍ਰਿਪਰੇਸ਼ਨ ਕਰਵਾ ਰਹੇ ਹਾਂ। ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ 4 ਮੋਡਿਊਲ ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ। ਜਿਹੜਾ ਵੀ ਬੱਚਾ ਆ ਰਿਹਾ ਪੜ੍ਹਨ ਵਾਸਤੇ ਉਹਨੂੰ ਚਾਰੋਂ ਦੇ ਚਾਰੋਂ ਮੋਡਿਊਲ ਦੀ ਡੇਲੀ ਪ੍ਰੈਕਟਿਸ ਕਰਨੀ ਹੁੰਦੀ ਹੈ, ਤਾਂ ਉਹ ਜਾ ਕੇ ਪੇਪਰ ਜਿਹੜਾ ਕਲੀਅਰ ਕਰ ਪਾਉਂਦਾ ਹੈ। ਜਿਹਦੇ ਤੋਂ ਹਾਲੇ ਤੱਕ ਰਿਕੁਆਇਰਮੈਂਟ ਸੀਗੀ 6 ਬੈਂਡ ਈਚ ਮੋਡਿਊਲ ਦੀ ਕੈਨੇਡਾ ਅੰਬੈਸੀ ਦੀ। 10 ਅਗਸਤ 2023 ਤੋਂ ਰੂਲ ਚੇਂਜ ਹੋ ਗਿਆ ਜੀ। ਹੁਣ ਕੈਨੇਡਾ ਅੰਬੈਸੀ ਕਹਿੰਦੀ ਹੈ ਕਿ ਜੇ ਤੁਸੀਂ ਆਇਲਸ ਦਾ ਐਗਜ਼ਾਮ ਦੇਣਾ ਹੈ ਤੇ ਤੁਹਾਨੂੰ 6 ਈਚ ਲੈਣ ਦੀ ਲੋੜ ਜਿਹੜੀ ਆ ਨਹੀਂ ਹੈਗੀ ਹੈ। 6 ਓਵਰਆਲ ਦੀ ਲੋੜ ਹੈਗੀ ਹੈ। ਹੁਣ ਜੇ ਤੁਹਾਡੇ 2 ਚੋਂ 5.5 ਬੈਂਡ ਆ ਗਏ ਜਾਂ 1 ਚੋਂ 5.5 ਬੈਂਡ ਆ ਗਏ ਨੇ ਤੇ ਓਵਰਆਲ 6 ਆ ਗਏ ਨੇ, ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ ਆਇਲਸ ਐਗਜ਼ਾਮ ਦੇਣ ਵਾਸਤੇ। ਉਹੀ ਇੰਗਲਿਸ਼ ਹੈ ਜਿਹੜਾ ਬੱਚਾ ਨਰਸਰੀ ਤੋਂ ਪੜ੍ਹਨਾ ਸ਼ੁਰੂ ਹੁੰਦਾ ਹੈ, 10 ਸਾਲ 12 ਸਾਲ ਸਕੂਲ 'ਚ ਪੜ੍ਹਦਾ, 3 ਸਾਲ ਕਾਲਜ 'ਚ ਪੜ੍ਹਦਾ ਹੈ। ਅਕੈਡਮੀਆਂ ਵਾਲੇ ਕਿਹੜੀ ਇਦਾਂ ਦਾ ਉਹਨਾਂ ਨੂੰ ਘੋਲ ਕੇ ਪਿਲਾਉਂਦੇ ਆ ਕਿ 6 ਮਿੰਟ 7 ਮਿੰਟ ਤੱਕ ਬੱਚਾ ਪਹੁੰਚ ਜਾਂਦਾ ਹੈ। ਦਾ ਓਨਲੀ ਰੀਜ਼ਨ ਇਜ਼ ਕੰਸਨਟ੍ਰੇਸ਼ਨ। ਅਕੈਡਮੀ ਉਹਨੂੰ ਇਹ ਸਿਖਾਉਂਦੀ ਹੈ, ਵਧੀਆ ਅਕੈਡਮੀ ਜਿਹੜੀ ਸਿਖਾਉਂਦੀ ਹੈ ਉਹ ਇਹ ਸਿਖਾਉਂਦੀ ਹੈ ਕਿ ਟੈਸਟ ਨੂੰ ਅੰਡਰਸਟੈਂਡ ਕਿੱਦਾਂ ਕਰਨਾ ਹੈ, ਇਹਨੂੰ ਕਰੈਕ ਕਿੱਦਾਂ ਕਰਨਾ ਹੈ, ਲਿਸਨਿੰਗ ਕਿੱਦਾਂ ਸਮਝਣੀ ਹੈ, ਰੀਡਿੰਗ ਕਿੱਦਾਂ ਸੋਲਵ ਕਰਨੀ ਹੈ, ਰਾਈਟਿੰਗ ਦੇ ਵਿੱਚ ਕੀ ਲਿਖਣਾ ਹੈ, ਸਪੀਕਿੰਗ 'ਚ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਇਹ ਪੈਟਰਨ ਹੈ ਜਿਹਨੂੰ ਫੋਲੋ ਕਰਨਾ ਬੜਾ ਜ਼ਰੂਰੀ ਹੈ ਐਂਡ ਇਟ ਇਜ਼ ਨਾਟ ਅ ਨਿਊ ਥਿੰਗ। ਦੇਖੋ ਪੀਟੀ ਅਗੇਨ ਕੋਈ ਨਵਾਂ ਟੈਸਟ ਨਹੀਂ ਹੈ। ਅੱਜ ਤੋਂ 13 ਸਾਲ ਪਹਿਲੇ 2009 ਦੇ ਵਿੱਚ ਇਹ ਟੈਸਟ ਜਿਹੜਾ ਲਾਂਚ ਕੀਤਾ ਗਿਆ ਸੀ, ਜਾਂ ਸਾਡੇ ਕੋਲ ਆਪਦੇ ਕੋਲ ਇਹਦਾ ਪਹਿਲਾ ਸੈਮੀਨਾਰ ਕੀਤਾ ਗਿਆ ਸੀ ਦਸੰਬਰ 2009 ਦੇ ਵਿੱਚ। ਅੱਜ ਤੋਂ 13.5 ਸਾਲ ਪਹਿਲੇ। ਲੋਕਾਂ ਨੇ ਹੁਣ 2-4 ਸਾਲਾਂ ਤੋਂ ਸੁਣਿਆ, ਅਸੀਂ ਉਦੋਂ ਵੀ ਪੀਟੀ ਪ੍ਰਮੋਟ ਕੀਤਾ ਸੀਗਾ। ਪੀਟੀ ਔਰ ਆਇਲਸ ਔਰ ਟੋਫਲ ਇਹ ਤਿੰਨੋਂ ਇੰਗਲਿਸ਼ ਲੈਂਗੁਏਜ ਦੇ ਟੈਸਟ ਹੈ। ਇਹਦੇ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਿਹੜਾ ਟੈਸਟ ਜ਼ਿਆਦਾ ਵਧੀਆ ਜਾਂ ਕਿਹੜਾ ਟੈਸਟ ਸੌਖਾ ਹੈ ਜਾਂ ਔਖਾ ਹੈ। ਇਹ ਅਸੈਸਮੈਂਟ ਲੈਵਲ ਹੈ। ਚਾਰੋਂ ਹੀ ਟੈਸਟ ਚਾਰੋਂ ਹੀ ਮੋਡਿਊਲ ਦਾ ਅਸੈਸਮੈਂਟ ਲੈਵਲ ਕਰਦੇ ਹੈ। ਕੈਨੇਡਾ ਦੇ ਵਿੱਚ ਪਿਛਲੇ 1-2 ਸਾਲ ਤੋਂ ਰੁਝਾਨ ਕੀ ਆ ਰਿਹਾ ਪੋਸਟ ਕੋਵਿਡ ਕਿ ਜੀ ਵੀਜ਼ਾ ਰਿਜੈਕਟ ਬੜੇ ਹੋ ਰਹੇ ਆ, ਵੀਜ਼ੇ ਦੀ ਸਕਸੈਸ ਰੇਟ ਬੜੀ ਘਟ ਰਹੀ ਆ। ਨਾਲ ਤਾਂ ਮੈਂ ਸਵਾਲ ਜੋੜ ਦੂੰਗਾ ਕਿ ਜਿਹੜਾ ਖਬਰ ਉੱਠੀ ਹੋਈ ਹੈ ਕਿ 700 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਹੁਣ ਇੰਡੀਆ ਨੂੰ ਵਾਪਸ ਕੈਨੇਡਾ ਭੇਜੂਗਾ, ਤੇ ਦੋਨੋਂ ਦੀ ਗੱਲ ਕਲੀਅਰ ਕਰੋ। ਪਹਿਲੇ ਕੈਨੇਡਾ ਨੂੰ 8 ਲੱਖ ਬੰਦਿਆਂ ਨੂੰ ਉਹਨਾਂ ਨੇ ਪੱਕੇ ਕੀਤਾ ਨੇ। ਅਗਲੇ 5 ਸਾਲਾਂ ਦੇ ਵਿੱਚ ਉਹਨਾਂ ਦਾ 5 ਲੱਖ ਹੋਰ ਬੰਦੇ ਲੈਣ ਦਾ ਇਰਾਦਾ ਹੈਗਾ। ਉਹ ਸਟੂਡੈਂਟ ਹੀ ਚਾਹੁੰਦੇ ਨੇ ਕਿ ਸਟੂਡੈਂਟ ਹੀ ਆਣ ਇੱਥੇ ਪੜ੍ਹਨ ਤੇ ਆ ਕੇ ਸੈਟਲ ਹੋਣ। ਦੇਖੋ ਸੈਕਿੰਡ ਲਾਰਜੈਸਟ ਕੰਟਰੀ ਹੈ, ਬੇਦੀ ਸਾਹਿਬ ਪਾਪੂਲੇਸ਼ਨ ਉਹਨਾਂ ਕੋਲ ਹੈ ਨਹੀਂ। ਪਹਿਲਾ ਹੱਥ ਏਜੰਟ ਦਾ ਜਿਹਨੇ ਗਲਤੀ ਕੀਤੀ, ਦੂਜਾ ਹੱਥ ਉਹਨਾਂ ਬੱਚਿਆਂ ਦਾ ਜਿਹਨੇ ਫਾਈਲਾਂ ਨਹੀਂ ਚੈੱਕ ਕੀਤੀਆਂ ਆਪਣੀਆਂ, ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ। 700 ਬੱਚਾ ਸੀਗਾ, 2 4 5 6 ਹੁੰਦੇ ਤੇ ਪਤਾ ਹੁੰਦਾ ਉਹਨਾਂ ਨੂੰ। ਕੀ 700 ਬੱਚਿਆਂ ਨੂੰ ਪਤਾ ਨਹੀਂ ਲੱਗਿਆ ਕਿ ਮੇਰੀ ਲੈਟਰ ਗਲਤ ਹੈ ਤੇ ਮੈਂ ਉੱਥੇ ਚਲਾ ਗਿਆ ਤੇ ਉੱਥੇ ਜਾ ਕੇ ਮੈਨੂੰ ਕਾਲਜ ਚੇਂਜ ਕਰਨ ਦੀ ਕਿਉਂ ਕਿਹਾ ਜਾ ਰਿਹਾ। ਤੀਜਾ ਹੱਥ ਅੰਬੈਸੀ ਨੇ ਕਿਉਂ ਨਹੀਂ ਚੈੱਕ ਕੀਤਾ ਕਿ ਮੇਰੇ ਕੋਲ ਆਫਰ ਲੈਟਰ ਗਲਤ ਆ ਰਹੀ ਹੈ। ਅੰਬੈਸੀ ਇੱਕ ਡਾਕੂਮੈਂਟ ਚੈੱਕ ਕਰਦੀ ਹੈ। ਅੰਬੈਸੀ ਨੇ ਕਿਉਂ ਨਹੀਂ ਚੈੱਕ ਕੀਤਾ। 2 ਸਾਲ ਦੀ ਪੜ੍ਹਾਈ ਉੱਥੇ ਪੂਰੀ ਹੋ ਗਈ, 3 ਸਾਲਾਂ ਦਾ ਵਰਕ ਪਰਮਿਟ ਪੂਰਾ ਹੋ ਗਿਆ। PR ਲੈਣ ਵਾਲੇ ਜੋ ਸਾਰੇ ਪੱਤੇ ਖੁੱਲੇ ਨੇ ਤੇ ਕੀ 5 ਸਾਲ ਉੱਥੇ ਦੀ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਬੱਚੇ ਨੂੰ ਇੱਥੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA, ਸਿੰਗਾਪੁਰ, ਸਾਈਪਰਸ ਤੇ ਦੁਬਈ, ਇਹਨਾਂ ਸਾਰਿਆਂ ਦੀ ਯੂਨੀਵਰਸਿਟੀਜ਼ ਦੇ ਰੈਪਰੈਜ਼ੈਂਟੇਟਿਵ ਨਾਲ ਮਿਲਣ ਦਾ ਮੌਕਾ ਮਿਲੇਗਾ। ਜਿਹੜਾ ਬੰਦਾ ਸੈਮੀਨਾਰ ਦੇ ਵਿੱਚ ਵਿਜ਼ਿਟ ਕਰ ਰਿਹਾ ਹੈ ਉਹਨਾਂ ਨੂੰ ਉੱਥੇ ਇੱਕ ਵਾਊਚਰ ਦਿੱਤਾ ਜਾਏਗਾ, ਨੋ ਪ੍ਰੋਸੈਸਿੰਗ ਫੀਸ। ਤੁਸੀਂ ਅੱਜ 17 ਜੂਨ 2023 ਨੂੰ ਸਾਡੇ ਕੋਲ ਆਏ ਹੋ, ਅਗਲੇ ਸਾਲ 17 ਜੂਨ 24 ਤੱਕ ਜਦੋਂ ਵੀ ਤੁਸੀਂ ਸਾਡੇ ਕੋਲ ਫਾਈਲ ਲਗਾਉਣਾ ਚਾਹੁੰਦੇ ਹੋ, 1 ਸਾਲ ਤੱਕ ਤੁਹਾਡੇ ਕੋਲ ਇੱਕ ਵੀ ਪੈਸਾ ਕੈਪਰੀ ਐਜੂਕੇਸ਼ਨ ਤੋਂ ਨਹੀਂ ਲਿਆ ਜਾਏਗਾ ਤੁਹਾਡੀ ਫਾਈਲ ਲਗਾਉਣ ਵਾਸਤੇ। ਔਰ ਤੁਹਾਨੂੰ ਰਿਟਰਨ ਦੇ ਵਿੱਚ ਉੱਥੇ ਦਿੱਤਾ ਜਾਏਗਾ ਦੇਰ ਇਜ਼ ਨੋ ਪ੍ਰੋਸੈਸਿੰਗ ਫੀਸ ਜਸਟ ਬਿਕਾਜ਼ ਯੂ ਹੈਵ ਵਿਜ਼ਿਟਡ ਆਵਰ ਸੈਮੀਨਾਰ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ। ਵਿਦੇਸ਼ ਜਾ ਕੇ ਪੜ੍ਹਨਾ ਅਤੇ ਵਸਣਾ ਹਰ ਪੰਜਾਬੀ ਨੌਜਵਾਨ ਮੁੰਡੇ ਕੁੜੀ ਦਾ ਸੁਪਨਾ ਹੁੰਦਾ ਹੈ। ਪਰ ਇਹ ਸੁਪਨੇ ਨੂੰ ਸਾਕਾਰ ਕਰਨ ਵਾਸਤੇ, ਸੱਚ ਕਰਨ ਵਾਸਤੇ ਇੱਕ ਸੋਲਿਡ ਤੇ ਸੱਚ ਦੀ ਬੁਨਿਆਦ ਤੇ ਇੱਕ ਬੇਸ ਹੁੰਦਾ, ਉਹ ਤਿਆਰ ਹੋਣਾ ਜ਼ਰੂਰੀ ਹੈ। ਅੱਜ ਸਾਡੇ ਕੋਲ ਆਫਿਸ 'ਚ ਮੌਜੂਦ ਨੇ ਨਿਤਿਨ ਚਾਵਲਾ ਜੀ, ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਨਿਤਿਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬੇਦੀ ਸਾਹਿਬ, ਥੈਂਕ ਯੂ। ਨਿਤਿਨ ਜੀ, ਤੁਹਾਡਾ 2 ਦਹਾਕਿਆਂ ਤੋਂ ਜ਼ਿਆਦਾ ਤਜਰਬਾ, 21 ਸਾਲ ਦਾ ਐਕਸਪੀਰੀਅੰਸ ਹੈ। ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਆਇਲਸ ਨੂੰ ਲੈ ਕੇ, ਕਿਉਂਕਿ ਆਇਲਸ ਨਾ ਇੱਕ ਬੱਚੇ ਵਾਸਤੇ ਖੌਫ ਬਣ ਜਾਂਦਾ ਹੈ। ਉਹ ਕਹਿੰਦੀ ਹੈ ਜੀ ਮਲਟੀਪਲ ਅਟੈਂਪਟਸ ਕਰਦੇ ਆ, ਸਾਡੇ ਜੀ 6 ਈਚ ਜਾਂ 6.5 ਬੈਂਡਸ ਨਹੀਂ ਆਉਂਦੇ। ਸੋ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਇਹ ਬੱਚਿਆਂ ਵਾਸਤੇ ਹਊਆ ਕਿਉਂ ਬਣਿਆ ਹੋਇਆ ਹੈ, ਖੌਫ ਕਿਉਂ ਬਣਿਆ ਹੈ, ਪਹਿਲਾਂ ਗੱਲ ਆਪਾਂ ਇਹਦੀ ਕਰਦੇ ਹਾਂ। ਦੇਖੋ ਬੇਦੀ ਸਾਹਿਬ, ਪਿਛਲੇ 21 ਸਾਲ ਤੋਂ ਅਸੀਂ ਆਇਲਸ ਦੀ ਪ੍ਰਿਪਰੇਸ਼ਨ ਕਰਵਾ ਰਹੇ ਹਾਂ। ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ 4 ਮੋਡਿਊਲ ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ। ਜਿਹੜਾ ਵੀ ਬੱਚਾ ਆ ਰਿਹਾ ਪੜ੍ਹਨ ਵਾਸਤੇ ਉਹਨੂੰ ਚਾਰੋਂ ਦੇ ਚਾਰੋਂ ਮੋਡਿਊਲ ਦੀ ਡੇਲੀ ਪ੍ਰੈਕਟਿਸ ਕਰਨੀ ਹੁੰਦੀ ਹੈ, ਤਾਂ ਉਹ ਜਾ ਕੇ ਪੇਪਰ ਜਿਹੜਾ ਕਲੀਅਰ ਕਰ ਪਾਉਂਦਾ ਹੈ।
ਨੋ ਚਾਰਾਂ ਚੋਂ ਬੈਂਡ ਹੁੰਦੇ ਨੇ ਤੇ ਓਵਰਆਲ ਵੀ 9 ਬੈਂਡ ਹੁੰਦੇ ਨੇ, ਜਿਹਦੇ ਤੋਂ ਹਾਲੇ ਤੱਕ ਰਿਕੁਆਇਰਮੈਂਟ ਸੀਗੀ 6 ਬੈਂਡ ਈਚ ਮੋਡਿਊਲ ਦੀ ਕੈਨੇਡਾ ਅੰਬੈਸੀ ਦੀ। 10 ਅਗਸਤ 2023 ਤੋਂ ਰੂਲ ਚੇਂਜ ਹੋ ਗਿਆ ਜੀ। ਹੁਣ ਕੈਨੇਡਾ ਅੰਬੈਸੀ ਕਹਿੰਦੀ ਹੈ ਕਿ ਜੇ ਤੁਸੀਂ ਆਇਲਸ ਦਾ ਐਗਜ਼ਾਮ ਦੇਣਾ ਹੈ ਤੇ ਤੁਹਾਨੂੰ 6 ਈਚ ਲੈਣ ਦੀ ਲੋੜ ਜਿਹੜੀ ਆ ਨਹੀਂ ਹੈਗੀ ਹੈ, 6 ਓਵਰਆਲ ਦੀ ਲੋੜ ਹੈਗੀ ਹੈ। ਹੁਣ ਜੇ ਤੁਹਾਡੇ 2 ਚੋਂ 5.5 ਬੈਂਡ ਆ ਗਏ ਜਾਂ 1 ਚੋਂ 5.5 ਬੈਂਡ ਆ ਗਏ ਨੇ ਤੇ ਓਵਰਆਲ 6 ਆ ਗਏ ਨੇ, ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ ਆਇਲਸ ਐਗਜ਼ਾਮ ਦੇਣ ਵਾਸਤੇ, ਠੀਕ ਹੈ, ਤੇ SDS ਦੇ ਅੰਡਰ ਅਪਲਾਈ ਕਰਨ ਵਾਸਤੇ। ਦੂਜੀ ਗੱਲ, ਤੁਸੀਂ ਪੁੱਛਿਆ ਹਊਆ ਕਿਉਂ ਬਣਿਆ ਹੋਇਆ ਹੈ? ਇਟ ਇਜ਼ ਸੇਮ ਇੰਗਲਿਸ਼ ਲੈਂਗੁਏਜ ਟੈਸਟ, ਕੁਛ ਨਹੀਂ ਹੈ, ਉਹੀ ਇੰਗਲਿਸ਼ ਹੈ। ਬੇਦੀ ਸਾਹਿਬ ਦੇਖੋ, A ਐਪਲ ਹੀ ਰਹਿਣਾ ਤੇ B ਬਾਲ ਹੀ ਰਹਿਣਾ ਤੇ C ਕੈਟ ਹੀ ਰਹਿਣਾ ਤੇ D ਡੌਗ ਹੀ ਰਹਿਣਾ। ਉਹੀ ਇੰਗਲਿਸ਼ ਹੈ ਜਿਹੜਾ ਬੱਚਾ ਨਰਸਰੀ ਤੋਂ ਪੜ੍ਹਨਾ ਸ਼ੁਰੂ ਹੁੰਦਾ ਹੈ, 10 ਸਾਲ 12 ਸਾਲ ਸਕੂਲ 'ਚ ਪੜ੍ਹਦਾ, 3 ਸਾਲ ਕਾਲਜ 'ਚ ਪੜ੍ਹਦਾ ਹੈ। ਅਕੈਡਮੀਆਂ ਵਾਲੇ ਕਿਹੜੀ ਇਦਾਂ ਦਾ ਉਹਨਾਂ ਨੂੰ ਘੋਲ ਕੇ ਪਿਲਾਉਂਦੇ ਆ ਕਿ 6 ਮਿੰਟ 7 ਮਿੰਟ ਤੱਕ ਬੱਚਾ ਪਹੁੰਚ ਜਾਂਦਾ ਹੈ। ਦਾ ਓਨਲੀ ਰੀਜ਼ਨ ਇਜ਼ ਕੰਸਨਟ੍ਰੇਸ਼ਨ। ਅਕੈਡਮੀ ਉਹਨੂੰ ਇਹ ਸਿਖਾਉਂਦੀ ਹੈ, ਵਧੀਆ ਅਕੈਡਮੀ ਜਿਹੜੀ ਸਿਖਾਉਂਦੀ ਹੈ ਉਹ ਇਹ ਸਿਖਾਉਂਦੀ ਹੈ ਕਿ ਟੈਸਟ ਨੂੰ ਅੰਡਰਸਟੈਂਡ ਕਿੱਦਾਂ ਕਰਨਾ ਹੈ, ਇਹਨੂੰ ਕਰੈਕ ਕਿੱਦਾਂ ਕਰਨਾ ਹੈ, ਲਿਸਨਿੰਗ ਕਿੱਦਾਂ ਸਮਝਣੀ ਹੈ, ਰੀਡਿੰਗ ਕਿੱਦਾਂ ਸੋਲਵ ਕਰਨੀ ਹੈ, ਰਾਈਟਿੰਗ ਦੇ ਵਿੱਚ ਕੀ ਲਿਖਣਾ ਹੈ, ਸਪੀਕਿੰਗ 'ਚ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਇਹ ਪੈਟਰਨ ਹੈ ਜਿਹਨੂੰ ਫੋਲੋ ਕਰਨਾ ਬੜਾ ਜ਼ਰੂਰੀ ਹੈ ਐਂਡ ਇਟ ਇਜ਼ ਨਾਟ ਅ ਨਿਊ ਥਿੰਗ। 21 ਸਾਲ ਤੋਂ ਅਸੀਂ ਬਣਾ ਰਹੇ ਹਾਂ, 30 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ। ਵਰਲਡ ਦਾ ਸਭ ਤੋਂ ਸਕਸੈਸਫੁਲ ਜਿਹੜਾ ਅਜੇ ਤੱਕ ਦਾ ਟੈਸਟ ਹੋਇਆ ਉਹ ਆਇਲਸ ਹੋਇਆ। ਬਿਲਕੁਲ। ਚਲੋ ਸਰ, ਟੈਸਟ ਦੀ ਗੱਲ ਕਰ ਰਹੇ ਹਾਂ ਤਾਂ ਟੋਫਲ ਵੀ ਇੱਕ ਹੁੰਦਾ ਸੀਗਾ, ਟੈਸਟ ਆਫ ਇੰਗਲਿਸ਼ ਐਸ ਫੋਰਨ ਲੈਂਗੁਏਜ, ਪਰ ਨਾਲ ਦੇ ਨਾਲ ਹੁਣ 2-3 ਸਾਲਾਂ ਤੋਂ ਬੱਚਿਆਂ ਦੇ ਨਾ ਜ਼ੁਬਾਨ ਤੇ PTE ਪੀਅਰਸਨ ਟੈਸਟ ਆਫ ਇੰਗਲਿਸ਼ ਦਾ ਰੁਝਾਨ ਬੜਾ ਆ ਗਿਆ। ਇਹਦੇ ਬਾਰੇ ਚਾਨਣਾ ਪਾਓ ਬੜਾ। ਦੇਖੋ, PT ਅਗੇਨ ਕੋਈ ਨਵਾਂ ਟੈਸਟ ਨਹੀਂ ਹੈ। ਅੱਜ ਤੋਂ 13 ਸਾਲ ਪਹਿਲੇ 2009 ਦੇ ਵਿੱਚ ਇਹ ਟੈਸਟ ਜਿਹੜਾ ਲਾਂਚ ਕੀਤਾ ਗਿਆ ਸੀ, ਜਾਂ ਸਾਡੇ ਕੋਲ ਆਪਦੇ ਕੋਲ ਇਹਦਾ ਪਹਿਲਾ ਸੈਮੀਨਾਰ ਕੀਤਾ ਗਿਆ ਸੀ ਦਸੰਬਰ 2009 ਦੇ ਵਿੱਚ। ਅੱਜ ਤੋਂ 13.5 ਸਾਲ ਪਹਿਲੇ। ਲੋਕਾਂ ਨੇ ਹੁਣ 2-4 ਸਾਲਾਂ ਤੋਂ ਸੁਣਿਆ, ਅਸੀਂ ਉਦੋਂ ਵੀ PT ਪ੍ਰਮੋਟ ਕੀਤਾ ਸੀਗਾ। PT ਔਰ ਆਇਲਸ ਔਰ ਟੋਫਲ ਇਹ ਤਿੰਨੋਂ ਇੰਗਲਿਸ਼ ਲੈਂਗੁਏਜ ਦੇ ਟੈਸਟ ਹੈ। ਇਹਦੇ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਿਹੜਾ ਟੈਸਟ ਜ਼ਿਆਦਾ ਵਧੀਆ ਜਾਂ ਕਿਹੜਾ ਟੈਸਟ ਸੌਖਾ ਹੈ ਜਾਂ ਔਖਾ ਹੈ। ਇਹ ਅਸੈਸਮੈਂਟ ਲੈਵਲ ਹੈ। ਚਾਰੋਂ ਹੀ ਟੈਸਟ ਚਾਰੋਂ ਹੀ ਮੋਡਿਊਲ ਦਾ ਅਸੈਸਮੈਂਟ ਲੈਵਲ ਕਰਦੀ ਹੈ, ਚਾਹੇ ਉਹ ਆਇਲਸ ਹੈ, ਚਾਹੇ ਟੋਫਲ ਹੈ, ਚਾਹੇ PT ਹੈ, ਚਾਹੇ ਕੇਲ ਹੈ, ਜਾਂ ਕੋਈ ਵੀ ਹੋਰ ਇੰਗਲਿਸ਼ ਲੈਂਗੁਏਜ ਦਾ ਟੈਸਟ ਹੈ। ਬੜੇ ਟੈਸਟ ਨੇ। ਸੋ ਸਵਾਲ ਇਹ ਹੈ ਕਿ ਬੱਚਾ ਆਇਲਸ ਤੋਂ PT ਵੱਲ ਨੂੰ ਥੋੜਾ ਬਹੁਤਾ ਮੂਵ ਕਿਉਂ ਹੋਇਆ ਹੈ? ਵਹਿਮ ਕਰਕੇ। ਬੱਚੇ ਨੂੰ ਲੱਗਦਾ ਕਿ ਕਿਤੇ PT ਸੌਖਾ ਹੈ, ਕਿਉਂਕਿ ਇੱਕ ਨਾ ਪ੍ਰੋਬਲਮ ਕੀ ਹੈ ਕਿ ਬੱਚਾ ਕੰਪਿਊਟਰ ਦੇ ਅੱਗੇ ਬੈਠ ਕੇ ਬੋਲਣ ਨੂੰ ਤਿਆਰ ਹੈ, ਬੰਦਾ ਸਾਹਮਣੇ ਹਿਊਮਨ ਬੀਇੰਗ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈਗਾ। ਤਾਂ PT ਦੇ ਵਿੱਚ ਆਇਲਸ 'ਚ ਫਰਕ ਕੀ ਹੈ ਕਿ PT ਟੋਟਲ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਪਰ ਡਿਪੈਂਡ ਹੈ। ਉਹਦੇ 'ਚ ਕੋਈ ਵੀ ਸਾਹਮਣੇ ਐਗਜ਼ਾਮੀਨਰ ਨਹੀਂ ਹੈ। ਜਿਹੜਾ ਆਇਲਸ ਹੈ ਉੱਥੇ ਹਿਊਮਨ ਇੰਟਰਫੇਰੈਂਸ ਹੈ। ਹਿਊਮਨ ਇੰਟਰਫੇਅਰ ਐਰਰ ਵੀ ਹੋ ਸਕਦਾ, ਪਰ ਹਿਊਮਨ ਇੰਟਰਫੇਰੈਂਸ ਦਾ ਫਾਇਦਾ ਵੀ ਹੋ ਜਾਂਦਾ ਹੈ, ਕਿਉਂਕਿ ਉਹ ਤੁਹਾਡੇ ਇਮੋਸ਼ਨਸ ਨੂੰ, ਤੁਹਾਡੇ ਬੋਲਣ ਦੇ ਤਰੀਕੇ ਨੂੰ ਅੰਡਰਸਟੈਂਡ ਵੀ ਚੰਗੀ ਤਰ੍ਹਾਂ ਕਰਦਾ ਹੈ, ਜਿਹੜਾ ਇੱਕ ਸੌਫਟਵੇਅਰ ਅਪਡੇਟਡ ਜਿਹੜਾ ਉਹ ਨਹੀਂ ਕਰ ਸਕਦਾ। ਦੇਖੋ, ਸੌਫਟਵੇਅਰ ਜਿਹੜਾ ਨਾ ਉਹ ਹਿਊਮਨ ਬੀਇੰਗ ਨੇ ਬਣਾਇਆ ਹੈ, ਹਿਊਮਨ ਬੀਇੰਗ ਨੂੰ ਸੌਫਟਵੇਅਰ ਨੇ ਨਹੀਂ ਬਣਾਇਆ। ਐਸ ਸਿੰਪਲ ਐਜ਼ ਦੈਟ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਜਿੱਥੇ ਹਿਊਮਨ ਇੰਟਰਫੇਰੈਂਸ ਹੈਗੀ ਹੈ ਉਹ ਟੈਸਟ ਜ਼ਿਆਦਾ ਬੈਟਰ ਹੈ। ਬਾਕੀ ਬੱਚੇ ਦੀ ਆਪਦੀ ਚੋਇਸ ਹੈ। ਜੇ ਬੱਚਾ PT ਵੀ ਕਰਨਾ ਚਾਹਵੇ ਤੇ PT ਵੀ ਕਰ ਸਕਦਾ ਹੈ, ਟੋਫਲ ਵੀ ਕਰ ਸਕਦਾ ਹੈ, ਆਇਲਸ ਵੀ ਕਰ ਸਕਦਾ ਹੈ। ਤਿੰਨੋਂ ਟੈਸਟਾਂ ਵਾਸਤੇ ਬੱਚਾ ਇਸ ਟਾਈਮ, ਜਾਂ ਕੇਲ ਵਾਸਤੇ ਵੀ, ਚਾਰਾਂ ਟੈਸਟਾਂ ਵਾਸਤੇ ਬੱਚਾ ਕੈਨੇਡਾ ਵਾਸਤੇ ਐਲੀਜੀਬਲ ਹੋ ਗਿਆ ਹੈ। ਸੋ ਟੈਸਟ ਸਾਰਿਆਂ ਦਾ ਆਪਣਾ ਆਪਣਾ ਫਾਰਮੈਟ ਹੈ, ਸਾਰਿਆਂ ਦਾ ਆਪਣਾ ਆਪਣਾ ਵਧੀਆ ਹੈ। ਬੱਚੇ ਨੂੰ ਲੱਗਦਾ ਪਿਆ ਕਿ PT ਦਾ ਪੇਪਰ ਜਿਹੜਾ ਸੌਖਾ ਹੈਗਾ ਹੈ। ਓਨੈਸਟਲੀ ਟੈਲਿੰਗ, ਪੇਪਰ ਉਹੀ ਇੰਗਲਿਸ਼ ਲੈਂਗੁਏਜ ਦਾ ਟੈਸਟ ਦੇ ਦਿਓ, ਚਾਹੇ ਆਇਲਸ ਦੇ ਦਿਓ ਚਾਹੇ PT ਦੇ ਦਿਓ। ਇਹ ਤਾਂ ਸਿਰਫ ਤਾਂ ਅੱਜ ਵੀ, ਪਰ ਦੇਖੋ ਜਿਹੜੇ ਨੰਬਰ ਆਫ ਐਪਲੀਕੇਸ਼ਨ ਦੇਖੋਗੇ ਤੇ ਆਇਲਸ ਦੀਆਂ ਜ਼ਿਆਦਾ ਨੇ, PT ਦੀਆਂ ਘੱਟ। ਬਿਲਕੁਲ। ਸੋ ਚਾਵਲਾ ਸਾਹਿਬ, ਆਪਾਂ ਹੁਣ ਮੂਵ ਔਨ ਕਰਦੇ ਹਾਂ ਦੂਜੇ ਸਵਾਲ ਦੇ ਵੱਲ। ਇੱਕ ਤਾਂ ਜਿਹੜਾ ਕੈਨੇਡਾ, ਯਾਨੀ ਕਿ ਪੰਜਾਬੀਆਂ ਦਾ ਆਪਣਾ ਕੈਨੇਡਾ, ਤੇ ਹੱਦ ਦੀ ਡ੍ਰੀਮ ਡੈਸਟੀਨੇਸ਼ਨ ਹੈ ਸਾਰਿਆਂ ਦੀ। ਹੁਣ ਗੱਲ ਇਹ ਹੈ ਵੀ ਕੈਨੇਡਾ ਦੇ ਵਿੱਚ ਪਿਛਲੇ 1-2 ਸਾਲ ਤੋਂ ਰੁਝਾਨ ਕੀ ਆ ਰਿਹਾ ਪੋਸਟ ਕੋਵਿਡ, ਕਿ ਜੀ ਵੀਜ਼ਾ ਰਿਜੈਕਟ ਬੜੇ ਹੋ ਰਹੇ ਆ, ਵੀਜ਼ੇ ਦੀ ਸਕਸੈਸ ਰੇਟ ਬੜੀ ਘਟ ਰਹੀ ਹੈ। ਨਾਲ ਤਾਂ ਮੈਂ ਸਵਾਲ ਜੋੜ ਦੂੰਗਾ ਕਿ ਜਿਹੜਾ ਖਬਰ ਉੱਠੀ ਹੋਈ ਹੈ ਕਿ 700 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਹੁਣ ਇੰਡੀਆ ਨੂੰ ਵਾਪਸ ਕੈਨੇਡਾ ਭੇਜੂਗਾ, ਇਹ ਦੋਨੋਂ ਦੀ ਗੱਲ ਕਲੀਅਰ ਕਰੋ ਜਰਾ। ਦੇਖੋ ਜੀ, 2 ਸਵਾਲ ਨੇ। ਪਹਿਲੀ ਗੱਲ, ਕੈਨੇਡਾ ਕੱਲ ਵੀ ਨੰਬਰ 1 ਸੀ, ਅੱਜ ਵੀ ਨੰਬਰ 1 ਹੈ ਤੇ ਕੱਲ ਵੀ ਨੰਬਰ 1 ਰਹਿਣਾ ਜੇ। ਪਹਿਲੇ ਕੈਨੇਡਾ ਨੂੰ 8 ਲੱਖ ਬੰਦਿਆਂ ਨੂੰ ਉਹਨਾਂ ਨੇ ਪੱਕੇ ਕੀਤਾ ਨੇ। ਅਗਲੇ 5 ਸਾਲਾਂ ਦੇ ਵਿੱਚ ਉਹਨਾਂ ਦਾ 5 ਲੱਖ ਹੋਰ ਬੰਦੇ ਲੈਣ ਦਾ ਜਿਹੜਾ ਇਰਾਦਾ ਹੈਗਾ। ਉਹ ਸਟੂਡੈਂਟ ਹੀ ਚਾਹੁੰਦੇ ਨੇ ਕਿ ਸਟੂਡੈਂਟ ਹੀ ਆਣ, ਇੱਥੇ ਪੜ੍ਹਨ ਤੇ ਆ ਕੇ ਸੈਟਲ ਹੋਣ। ਦੇਖੋ, ਸੈਕਿੰਡ ਲਾਰਜੈਸਟ ਕੰਟਰੀ ਹੈ। ਬੇਦੀ ਸਾਹਿਬ, ਪਾਪੂਲੇਸ਼ਨ ਉਹਨਾਂ ਕੋਲ ਹੈ ਨਹੀਂ। ਸਾਡੇ ਕੋਲ ਬਾਬਾ ਜੀ ਦੀ ਨਾਲ ਪਾਪੂਲੇਸ਼ਨ ਹੀ ਪਾਪੂਲੇਸ਼ਨ ਹੈ। ਜਿੰਨੀ ਯੰਗ ਜਨਰੇਸ਼ਨ ਹੈ ਸਾਰੀ ਉੱਥੇ ਕੇ ਸੈਟਲ ਹੋ ਰਹੀ ਹੈ। ਔਰ ਕੈਨੇਡਾ ਦੇ ਵਿੱਚ ਜਾ ਕੇ, ਅਮਰੀਕਾ 'ਚ ਜਾ ਕੇ ਪੰਜਾਬੀਆਂ ਨੇ ਜੋ ਪਰਚਮ ਲਹਿਰਾਇਆ ਹੈ ਆਪਣਾ, ਉਹ ਕਿਸੇ ਵੀ ਦੁਨੀਆ ਦੇ ਹੋਰ ਕੋਨੇ ਦੇ ਵਿੱਚ ਕਿਸੇ ਵੀ ਹੋਰ ਸੰਸਕ੍ਰਿਤੀ ਦੇ ਲੋਕਾਂ ਨੇ ਉਹ ਨਹੀਂ ਕਰ ਪਾਏ ਨੇ, ਕਿਸੇ ਹੋਰ ਸੁਸਾਇਟੀ ਦੇ ਲੋਕ ਨਹੀਂ ਕਰ ਪਾਏ ਨੇ। ਪੰਜਾਬੀ ਤੁਸੀਂ ਹਰ ਡੈਜ਼ਿਗਨੇਸ਼ਨ ਦੇ ਉੱਪਰ ਤੁਸੀਂ ਕੈਨੇਡਾ ਦੇ ਵਿੱਚ MP MLA ਤੱਕ ਪੰਜਾਬੀ ਨੇ, ਪੁਲਿਸ ਦੇ ਵਿੱਚ ਪੰਜਾਬੀ ਨੇ, ਹਰ ਜਗ੍ਹਾ ਤੇ ਪੰਜਾਬੀਆਂ ਨੇ ਪਰਚਮ ਲਹਿਰਾਇਆ। ਇਹ ਉਹੀ ਬੰਦੇ ਨੇ ਜਿਹੜੇ ਐਲੀਜੀਬਲ ਸੀਗੇ, ਡਿਜ਼ਰਵਿੰਗ ਸੀਗੇ, ਉਹੀ ਗਏ ਨੇ। ਸੋ ਕੈਨੇਡਾ ਦਾ ਰੁਝਾਨ ਘਟਿਆ ਨਹੀਂ, ਥੋੜਾ ਜਿਹਾ ਲੋਕਾਂ ਦਾ ਸੈਂਟੀਮੈਂਟ ਮੈਨੂੰ ਲੱਗਦਾ ਵਿੱਚ ਵਿਚਾਰਿਆ ਕਿ ਵੀਕ ਹੋਇਆ ਸੀਗਾ, ਬਟ ਸੈਂਟੀਮੈਂਟ ਬਹੁਤ ਦੁਬਾਰਾ ਹਾਈ ਲੈਵਲ ਤੇ ਦੁਬਾਰਾ ਗਰੋ ਹੋ ਚੁੱਕਾ ਹੈ। ਗੱਲ ਕਰੀਏ ਵੀਜ਼ਾ ਸਕਸੈਸ ਰੇਟ ਦੀ, ਦੇਖੋ
2020 ਚਲਾ ਗਿਆ ਕੋਵਿਡ ਦੇ ਵਿੱਚ, 21 ਵੀ ਚਲਾ ਗਿਆ ਕੋਵਿਡ ਦੇ ਵਿੱਚ, 22 ਦੇ ਵਿੱਚ ਬਹੁਤ ਵੱਡਾ ਬੈਕਲੌਗ ਹੋ ਗਿਆ ਸੀ। 27 ਲੱਖ ਐਪਲੀਕੇਸ਼ਨਾਂ ਪੈਂਡਿੰਗ ਹੋ ਗਈਆਂ ਸੀਗੀਆਂ। ਉਹਨਾਂ ਚੋਂ 70% ਬੱਚਿਆਂ ਦੇ ਵੀਜ਼ੇ ਆਏ, 30% ਦੇ ਨਹੀਂ ਵੀ ਆਏ। ਬਟ ਵਨਸ ਅਗੇਨ 2023 ਜਿਹੜਾ ਨਿਕਲਿਆ ਨਾ ਜੀ, ਇਹ ਸਭ ਤੋਂ ਵਧੀਆ ਸਾਲ ਨਿਕਲਿਆ ਨੇ। ਮੈਨੂੰ ਲੱਗਦਾ ਹੈ ਕਿ ਵੀਜ਼ਾ ਸਕਸੈਸ ਰੇਟ ਵਿਲ ਗੋ 90% ਤੋਂ ਵੀ ਅਬਵ। ਇਸ ਟਾਈਮ ਤੇ 90% ਬੱਚੇ ਦਾ ਜਿਹੜਾ ਵੀਜ਼ਾ ਆ ਰਿਹਾ ਹੈ, ਐਜ਼ ਲੌਂਗ ਐਜ਼ ਉਹ SDS ਦੇ ਅੰਡਰ ਅਪਲਾਈ ਕਰ ਰਿਹਾ। ਜੋ ਨਾਨ SDS ਅਪਲਾਈ ਕਰ ਰਿਹਾ ਫਿਰ ਉਹਦੇ ਵੀਜ਼ਾ ਨਹੀਂ ਆ ਰਹੇ। ਸਵਾਲ ਇਹ ਹੈ ਕਿ ਬੱਚਾ SDS ਜਾਂ ਨਾਨ SDS ਕਿਹੜੇ ਪਾਸੇ ਜਾਵੇ। ਬੱਚਾ ਸਿਰਫ ਔਰ ਸਿਰਫ SDS 'ਚ ਅਪਲਾਈ ਕਰੇ। ਅਸੀਂ ਹਰ ਜਗ੍ਹਾ ਤੇ ਬਾਰ-ਬਾਰ ਆਵਾਜ਼ਾਂ ਮਾਰ ਕੇ ਕਹਿੰਦੇ ਆ, ਸਿਰਫ ਜੇ ਤੁਸੀਂ ਵੀਜ਼ਾ ਲੈਣਾ ਤੇ SDS ਦੇ ਅੰਡਰ ਅਪਲਾਈ ਕਰਨਾ ਹੈ। 10 ਤਰੀਕ ਤੋਂ ਪਹਿਲੇ 10 ਅਗਸਤ ਤੋਂ ਪਹਿਲੇ ਜੇ ਤੁਹਾਡੀ ਫਾਈਲ ਲੱਗ ਰਹੀ ਹੈ, ਸਿਰਫ IELTS ਦੇ ਨਾਲ ਫਾਈਲ ਲਗਾਈਓ, ਕਿਸੇ ਹੋਰ ਡਾਕੂਮੈਂਟ ਦੇ ਨਾਲ ਫਾਈਲ ਨਾ ਲਗਾਈਓ। PT ਦੇ ਨਾਲ, TOEFL ਦੇ ਨਾਲ ਵੀਜ਼ਾ ਸਕਸੈਸ ਰੇਟ ਘੱਟ ਹੈ। IELTS ਦਾ ਵੀਜ਼ਾ ਸਕਸੈਸ ਰੇਟ ਹਾਲੇ ਤੱਕ ਜ਼ਿਆਦਾ ਹੈ। ਹਾਂ, 10 ਅਗਸਤ ਤੋਂ ਬਾਅਦ ਦੀ ਜਿਹੜੀ ਸਟੋਰੀ ਹੈ ਉਹ ਚੇਂਜ ਹੋ ਜਾਏਗੀ। ਫਿਲਹਾਲ ਤਾਂ ਜੂਨ ਮਿਡ ਚੱਲ ਰਿਹਾ ਜੀ, ਤਾਂ 10 ਅਗਸਤ ਬਹੁਤ 2 ਮਹੀਨੇ ਦਾ ਸਮਾਂ ਪਿਆ। ਉਦੋਂ ਤੱਕ ਲੱਖਾਂ ਲੋਕਾਂ ਦਾ ਵੀਜ਼ਾ ਜਿਹੜਾ ਹਾਲੇ ਅਪਲਾਈ ਹੋਣਾ ਤੇ ਅਪਲਾਈ ਉਹਦਾ ਅਪਰੂਵਲ ਆਣੀ ਵੀ ਹੈ। ਸੋ ਬੱਚੇ ਅੱਗੇ ਰਿਕੁਐਸਟ ਹੈ, ਸਿਰਫ ਔਰ ਸਿਰਫ ਆਪਦਾ ਜਿਹੜਾ ਫੋਕਸ ਹੈ SDS ਵੀਜ਼ਾ ਕੈਟਾਗਰੀ ਦੇ ਉੱਪਰ ਰੱਖੇ, ਨਾਨ SDS ਅਪਲਾਈ ਨਾ ਕਰੇ। ਦੂਜਾ ਸਵਾਲ ਤੁਹਾਡਾ ਕਿ ਕੀ 700 ਬੱਚਾ ਜਿਹੜਾ ਵਾਪਸ ਆ ਰਿਹਾ ਹੈ। ਬੇਦੀ ਸਾਹਿਬ, ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ। ਇੱਥੇ ਇੱਕ ਹੱਥ ਨਹੀਂ ਹੈ, 2 ਹੱਥ ਨਹੀਂ ਹੈ, ਇੱਥੇ 3 ਹੱਥ ਹੈ। ਪਹਿਲਾ ਹੱਥ ਏਜੰਟ ਦਾ ਜਿਹਨੇ ਗਲਤੀ ਕੀਤੀ, ਦੂਜਾ ਹੱਥ ਉਹਨਾਂ ਬੱਚਿਆਂ ਦਾ ਜਿਹਨੇ ਫਾਈਲਾਂ ਨਹੀਂ ਚੈੱਕ ਕੀਤੀਆਂ ਆਪਣੀਆਂ, ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ। 700 ਬੱਚਾ ਸੀਗਾ, 2 4 5 6 ਹੁੰਦੇ ਤੇ ਪਤਾ ਹੁੰਦਾ ਉਹਨਾਂ ਨੂੰ। ਕੀ 700 ਬੱਚਿਆਂ ਨੂੰ ਪਤਾ ਨਹੀਂ ਲੱਗਿਆ ਕਿ ਮੇਰੀ ਲੈਟਰ ਗਲਤ ਹੈ ਤੇ ਮੈਂ ਉੱਥੇ ਚਲਾ ਗਿਆ ਤੇ ਉੱਥੇ ਜਾ ਕੇ ਮੈਨੂੰ ਕਾਲਜ ਚੇਂਜ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ। ਅਬਵ ਆਲ, ਤੀਜਾ ਹੱਥ, ਅੰਬੈਸੀ ਨੇ ਕਿਉਂ ਨਹੀਂ ਚੈੱਕ ਕੀਤਾ ਕਿ ਮੇਰੇ ਕੋਲ ਆਫਰ ਲੈਟਰ ਗਲਤ ਆ ਰਹੀ ਹੈ। ਅੰਬੈਸੀ ਇੱਕ ਡਾਕੂਮੈਂਟ ਚੈੱਕ ਕਰਦੀ ਹੈ। ਅੰਬੈਸੀ ਨੇ ਕਿਉਂ ਨਹੀਂ ਚੈੱਕ ਕੀਤਾ। 2 ਸਾਲ ਦੀ ਪੜ੍ਹਾਈ ਉੱਥੇ ਪੂਰੀ ਹੋ ਗਈ, 3 ਸਾਲਾਂ ਦਾ ਵਰਕ ਪਰਮਿਟ ਪੂਰਾ ਹੋ ਗਿਆ। PR ਲੈਣ ਵਾਲੇ ਜੋ ਸਾਰੇ ਪੱਤੇ ਖੁੱਲੇ ਨੇ ਤੇ ਕੀ 5 ਸਾਲ ਉੱਥੇ ਦੀ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਇਟ ਇਜ਼ ਨਾਟ ਪੋਸੀਬਲ। ਵੀ ਆਰ ਆਲਵੇਜ਼ ਇਨ ਸਪੋਰਟ ਆਫ ਥੀਸ ਕੈਂਡੀਡੇਟ। ਅਸੀਂ ਪਹਿਲੇ ਵੀ ਆਪਣੀ ਐਸੋਸੀਏਸ਼ਨਾਂ ਦੇ ਰਾਹੀਂ ਵੀ ਤੇ ਹਰ ਜਗ੍ਹਾ ਨਾਲ ਗਵਰਨਮੈਂਟ ਆਫ ਕੈਨੇਡਾ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਇਹਨਾਂ 700 ਬੱਚਿਆਂ ਨੂੰ ਡਿਪੋਰਟ ਨਾ ਕੀਤਾ ਜਾਵੇ, ਕਿਉਂਕਿ ਇਹਦੇ ਵਿੱਚ ਬੱਚਿਆਂ ਦਾ ਕਸੂਰ ਬਹੁਤਾ ਨਹੀਂ ਹੈਗਾ। ਬੱਚਿਆਂ ਦੀ ਅਨਅਵੇਅਰਨੈਸ ਜ਼ਰੂਰ ਹੈਗੀ ਹੈ ਕਿ ਉਹ ਆਪਣੀ ਫਾਈਲ ਨੂੰ ਲੈ ਕੇ ਅਨਅਵੇਅਰ ਰਹੇ। ਬੇਦੀ ਸਾਹਿਬ, ਇੱਕ ਗੱਲ ਹੈ, ਮੈਂ ਦੱਸਾਂ ਤੁਹਾਨੂੰ, ਬੇਨਤੀ ਹੈ, ਬੱਚਾ ਨਾ ਹਰ ਚੀਜ਼ 'ਚ ਚੰਗਾ ਹੈ। ਬੱਚੇ ਨੂੰ ਪਤਾ ਗੱਡੀ ਕਿਹੜੀ ਲੈਣੀ ਹੈ, ਥਾਰ ਲੈਣੀ ਹੈ ਕਿ ਮੈਂ ਫੋਰਚੂਨਰ ਲੈਣੀ ਹੈ। ਬੱਚੇ ਨੂੰ ਮੋਟਰਸਾਈਕਲ ਪਤਾ ਕਿ ਮੈਂ ਸਪਲੈਂਡਰ ਲੈਣਾ ਕਿ ਬੁਲਟ ਲੈਣਾ। ਬੱਚੇ ਨੂੰ ਪੀਜ਼ਾ ਪਤਾ ਮੈਂ ਕਿਹੜਾ ਖਾਣਾ। ਬੱਚੇ ਨੂੰ ਕਾਫੀ ਪਤਾ ਮੈਂ ਕਿਹੜੀ ਲੈਣੀ। ਬੱਚੇ ਨੂੰ ਮੋਬਾਈਲ ਪਤਾ ਮੈਂ ਕਿਹੜਾ ਲੈਣਾ। ਨਹੀਂ ਪਤਾ ਤਾਂ ਉਹਨੂੰ ਆਪਣੀ ਫਾਈਲ ਦਾ ਨਹੀਂ ਪਤਾ, ਉਹਨੂੰ ਆਪਣੇ ਕਰੀਅਰ ਦਾ ਨਹੀਂ ਪਤਾ। ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਬੱਚਾ ਵੀ ਰਿਸਪੌਂਸਿਬਲ ਹੈ? ਬੱਚਾ ਵੀ ਰਿਸਪੌਂਸਿਬਲ ਹੈ। ਉਹ ਅੱਖਾਂ ਬੰਦ ਕਰਕੇ ਕਿੱਦਾਂ ਏਜੰਟ ਤੇ ਭਰੋਸਾ ਕਰ ਲੈਂਦਾ ਮੈਨੂੰ ਆਪ ਨੂੰ? ਕਿਉਂਕਿ ਉਸ ਟਾਈਮ ਉਹਦੇ ਦਿਮਾਗ 'ਚ ਕੁਝ ਹੁੰਦੀ ਹੈ, ਮੈਂ ਕੈਨੇਡਾ ਪਹੁੰਚਣਾ। ਮੈਂ ਕੈਨੇਡਾ ਪਹੁੰਚਣਾ, ਉਹਨੂੰ ਸਿਰਫ ਹਵਾਈ ਜਹਾਜ਼ ਹਵਾ ਦੇ ਵਿੱਚ ਉੜਦਾ ਨਜ਼ਰ ਆਉਂਦਾ ਕਿ ਮੈਂ ਹਵਾਈ ਜਹਾਜ਼ 'ਚ ਬਹਿ ਕੇ ਕੈਨੇਡਾ ਦੇ ਵਿੱਚ ਲੈਂਡ ਹੋਣਾ ਹੈ, ਵਿਚ ਇਜ਼ ਨਾਟ ਅ ਰਾਈਟ ਆਈਡੀਆ। ਇਹ ਬੱਚੇ ਦੇ ਆਪਣੇ ਕਰੀਅਰ ਦਾ ਵੀ ਸਵਾਲ ਹੈ। ਹਰ ਬੱਚਾ, ਹਰ ਮਾਪਿਓ ਬੱਚੇ ਦੇ ਆਪਣੇ ਕਰੀਅਰ ਵਾਸਤੇ ਨਾਲ ਰਿਸਪੌਂਸਿਬਲ ਹੈ। ਮਾਪਿਓ ਅੱਗੇ ਵੀ ਬੇਨਤੀ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਮਾਪਿਓ ਜਿੱਥੇ ਵੀ ਬੱਚਾ ਫਾਈਲ ਲਗਾਉਣ ਨੂੰ ਕਹਿੰਦਾ ਹੈ, ਪੂਰੀ ਪੁੱਛ ਪੜਤਾਲ ਕਰਨ ਕਿ ਕਿਹੜਾ ਏਜੰਟ ਹੈ, ਕਿਹਦੇ ਕੋਲ ਫਾਈਲ ਲਗਾਉਣੀ ਹੈ, ਕਿੰਨਾ ਪੁਰਾਣਾ ਹੈ, ਕਿਹੜਾ ਕਾਲਜ ਹੈ, ਕਿਹੜੀ ਯੂਨੀਵਰਸਿਟੀ ਹੈ, ਫੀਸ ਕਾਲਜ 'ਚ ਟ੍ਰਾਂਸਫਰ ਹੋ ਰਹੀ ਹੈ ਜਾਂ ਏਜੰਟ ਦੇ ਅਕਾਊਂਟ 'ਚ ਟ੍ਰਾਂਸਫਰ ਹੋ ਰਹੀ ਹੈ। ਐਵਰੀਥਿੰਗ ਸ਼ੁੱਡ ਬੀ ਕ੍ਰਾਸਡ ਵੈਰੀਫਾਈਡ, ਤਾਂ ਕਿ ਬਾਅਦ 'ਚ ਹੱਥ ਚੱਕ ਕੇ ਇਹ ਨਾ ਕਹਿ ਦੇਣ ਕਿ ਸਾਡੇ ਨਾਲ ਧੋਖਾ ਹੋ ਗਿਆ। ਬਿਲਕੁਲ ਠੀਕ ਹੈ। ਚਲੋ ਸਾਹਿਬ, ਕੈਨੇਡਾ ਤਾਂ ਇੱਕ ਡੈਸਟੀਨੇਸ਼ਨ, ਡ੍ਰੀਮ ਡੈਸਟੀਨੇਸ਼ਨ ਹੈ ਹੀ ਹੈ ਪੰਜਾਬੀਆਂ ਦੀ, ਪਰ ਦੁਨੀਆ ਬਹੁਤ ਵੱਡੀ ਹੈ, ਦੁਨੀਆ ਛੋਟੀ ਨਹੀਂ ਹੈਗੀ। ਆਪਾਂ US ਦੀ ਗੱਲ ਕਰੀਏ, ਕੈਨੇਡਾ ਦੀ ਨੇਬਰਿੰਗ ਕੰਟਰੀ ਹੈ। ਆਪਾਂ UK ਇੰਗਲੈਂਡ ਦੀ ਗੱਲ ਕਰੀਏ, ਆਪਾਂ ਈਵਨ ਜਿਹੜੀ ਛੋਟੀ ਕੰਟਰੀਆਂ ਵੀ ਹੈਗੀਆਂ ਨੇ, ਸਿੰਗਾਪੁਰ ਹੈ, ਇੱਕ UAE ਦਾ ਬੜਾ ਪਿਆਰਾ ਦੁਬਈ ਹੈ, ਵੱਡਾ ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਕੰਟਰੀਆਂ ਹੋਰ ਵੀ ਕੁਝ ਨੇ। ਕਿ ਉਹਨਾਂ ਕੰਟਰੀਆਂ ਵਾਸਤੇ ਤੁਸੀਂ ਕਦੀ ਆਪਾਂ ਉਧਰ ਨੂੰ ਦਿਮਾਗ ਨਹੀਂ ਕੀਤਾ ਕਿ ਕਿਉਂ ਨਾ ਬੱਚੇ ਜਿਹੜੇ ਜਾਣ ਦੇ ਸ਼ੌਕੀਨ ਨੇ, ਜਿਹੜੇ ਕੈਨੇਡਾ ਨਹੀਂ ਵੀ ਜਾ ਪਾਉਂਦੇ ਕਿਸੇ ਕਾਰਨ ਕਰਕੇ, ਤਾਂ ਇਹਨਾਂ ਕੰਟਰੀਆਂ ਜਾ ਸਕਣ? ਕੋਈ ਅਜਿਹੇ ਸੈਮੀਨਾਰ, ਕੋਈ ਅਜਿਹੇ ਟਾਕਸ ਤੁਸੀਂ ਨਹੀਂ ਕੀਤੀਆਂ? ਦੇਖੋ, ਸਾਰਾ ਹਰ ਸਾਲ ਪਿਛਲੇ 21 ਸਾਲਾਂ ਤੋਂ ਲਗਾਤਾਰ ਅਸੀਂ ਐਜੂਕੇਸ਼ਨ ਫੇਅਰ ਕਰਦੇ ਹਾਂ। ਸਾਡੇ ਐਜੂਕੇਸ਼ਨ ਦਾ ਨਾਮ ਹੈ ਜੀ ਵਰਲਡ ਐਜੂਕੇਸ਼ਨ ਫੇਅਰ। ਹਰ ਸਾਲ ਕਰਵਾਉਂਦੇ ਆ। ਇਸ ਸਾਲ ਜਿਹੜਾ ਸਾਡਾ ਫੇਅਰ ਹੋਣਾ ਹੈ ਜੀ 17 ਜੂਨ 2023 ਨੂੰ, ਦਿਨ ਸ਼ਨੀਵਾਰ, ਹੋਟਲ ਰਜੈਂਟਾ ਕਲਾਸਿਕ ਪਾਸਪੋਰਟ ਆਫਿਸ ਦੇ ਨੇੜੇ, ਲੁਧਿਆਣਾ। ਠੀਕ ਹੈ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬੱਚੇ ਨੂੰ ਇੱਥੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA, ਸਿੰਗਾਪੁਰ, ਸਾਈਪਰਸ ਤੇ ਦੁਬਈ, ਇਹਨਾਂ ਸਾਰਿਆਂ ਦੀ ਯੂਨੀਵਰਸਿਟੀਜ਼ ਦੇ ਰੈਪਰੈਜ਼ੈਂਟੇਟਿਵ ਨਾਲ ਮਿਲਣ ਦਾ ਮੌਕਾ ਮਿਲੇਗਾ। ਡਾਇਰੈਕਟ ਪੈਰੈਂਟਸ ਆ ਸਕਦੇ ਨੇ, ਬੱਚੇ ਆ ਸਕਦੇ ਨੇ, ਨਾਲ ਆਓ, ਆ ਕੇ ਕਾਲਜ ਨੂੰ ਮਿਲੋ, ਯੂਨੀਵਰਸਿਟੀ ਨੂੰ ਮਿਲੋ, ਸਮਝੋ ਕਿ ਕਿਹੜਾ ਕੋਰਸ ਹੈ, ਕਿਹੜਾ ਕੋਰਸ ਤੁਹਾਡੇ ਵਾਸਤੇ ਵਧੀਆ, ਕਿਹੜਾ ਕੋਰਸ ਨਹੀਂ ਵਧੀਆ। ਔਰ ਇਹਦੇ ਵਾਸਤੇ ਕੋਈ ਚਾਰजेस ਨਹੀਂ ਹੈ, ਫ੍ਰੀ ਆਫ ਕਾਸਟ ਹੈ, ਐਂਟਰੀ ਵੀ ਫ੍ਰੀ ਹੈ। ਇਸ ਤੋਂ ਇਲਾਵਾ ਅਬਵ ਆਲ, ਜਿਹੜਾ ਬੱਚਾ ਉਹ ਫਾਈਲ ਜਦੋਂ ਸਾਡੇ ਥਰੂ ਲਗਾਉਂਦਾ ਹੈ, ਸਾਡੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਹੋਏਗੀ। ਹੋਏਗਾ ਕਿ ਜਿਹੜਾ ਬੰਦਾ ਸੈਮੀਨਾਰ ਦੇ ਵਿੱਚ ਵਿਜ਼ਿਟ ਕਰ ਰਿਹਾ ਹੈ, ਉਹਨਾਂ ਨੂੰ ਉੱਥੇ ਇੱਕ ਵਾਊਚਰ ਦਿੱਤਾ ਜਾਏਗਾ, ਨੋ ਪ੍ਰੋਸੈਸਿੰਗ ਫੀਸ। ਤੁਸੀਂ ਅੱਜ 17 ਜੂਨ 2023 ਨੂੰ ਸਾਡੇ ਕੋਲ ਆਏ ਹੋ, ਅਗਲੇ ਸਾਲ 17 ਜੂਨ 24 ਤੱਕ ਜਦੋਂ ਵੀ ਤੁਸੀਂ ਸਾਡੇ ਕੋਲ ਫਾਈਲ ਲਗਾਉਣਾ ਚਾਹੁੰਦੇ ਹੋ, 1 ਸਾਲ ਤੱਕ ਤੁਹਾਡੇ ਕੋਲ ਇੱਕ ਵੀ ਪੈਸਾ ਕੈਪਰੀ ਐਜੂਕੇਸ਼ਨ ਵੱਲੋਂ ਨਹੀਂ ਲਿਆ ਜਾਏਗਾ ਤੁਹਾਡੀ ਫਾਈਲ ਲਗਾਉਣ ਵਾਸਤੇ। ਔਰ ਤੁਹਾਨੂੰ ਰਿਟਰਨ ਦੇ ਵਿੱਚ ਉੱਥੇ ਦਿੱਤਾ ਜਾਏਗਾ ਦੇयर इज नो ਪ੍ਰੋਸੈਸਿੰਗ ਫੀਸ ਜਸਟ ਬਿਕਾਜ਼ ਯੂ ਹੈਵ ਵਿਜ਼ਿਟਡ ਆਵਰ ਸੈਮੀਨਾਰ, ਕਿਉਂਕਿ ਤੁਸੀਂ ਸਾਡੇ ਸੈਮੀਨਾਰ ਤੇ ਆਏ ਹੋ।
ਤੁਸੀਂ ਉਹ ਵਾਊਚਰ ਲੈ ਕੇ ਜਦੋਂ ਮਰਜ਼ੀ 1 ਸਾਲ ਤੱਕ ਅਸੀਂ ਤੁਹਾਡਾ ਡਾਟਾਬੇਸ ਸੰਭਾਲ ਕੇ ਰੱਖਣਾ ਹੈ। ਕਈ ਵਾਰੀ ਕੀ ਹੁੰਦਾ ਬੇਦੀ ਸਾਹਿਬ, ਬੱਚਾ ਹਲੇ ਗ੍ਰੈਜੂਏਸ਼ਨ ਕਰ ਰਿਹਾ ਜਾਂ +2 ਦਾ ਰਿਜ਼ਲਟ ਆਇਆ ਹੈ, ਹਲੇ ਆਇਲਸ ਕਰਨਾ ਹੈ, ਉਹ ਕਹਿੰਦਾ ਜੀ ਮੈਂ ਸਤੰਬਰ ਵਾਸਤੇ ਤਿਆਰ ਨਹੀਂ ਹਾਂ, ਮੈਂ ਜਨਵਰੀ ਵਾਸਤੇ ਤਿਆਰ ਹੈ, ਮੈਂ ਅਗਲੀ ਮਈ ਵਾਸਤੇ ਤਿਆਰ ਹੈ, ਅਗਲੀ ਸਤੰਬਰ ਵਾਸਤੇ ਤਿਆਰ ਹੈ। ਤੇ ਨਿਤਿਨ ਜੀ ਇੱਕ ਬੜਾ ਵੱਡਾ ਪੁਆਇੰਟ ਹੁੰਦਾ ਹੈ, ਬੱਚੇ ਡਿਜ਼ਰਵਿੰਗ ਹੁੰਦੇ ਨੇ, ਐਲੀਜੀਬਲ ਹੁੰਦੇ ਨੇ, ਪਰ ਕਿਤੇ ਨਾ ਕਿਤੇ ਆਪਾਂ ਮੋਸਟ ਆਫ ਦਾ ਕੇਸਿਸ ਦੇਖਦੇ ਹਾਂ ਫਾਈਨੈਂਸ, ਜੀ ਹਾਂ, ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੁੰਦੀ ਹੈ, ਫਾਈਨੈਂਸ਼ੀਅਲ ਕੰਡੀਸ਼ਨ ਹੁੰਦੀ ਹੈ, ਕਈ ਵਾਰ ਮਾਪੇ ਦੇ ਇੰਨੀ ਸਟਰੋਂਗ ਨਹੀਂ ਹੁੰਦੀ ਤਾਂ ਉਹਨਾਂ ਨੂੰ ਪੈਸੇ ਇੱਧਰ ਉੱਧਰ ਫੜਨੇ ਪੈਂਦੇ ਨੇ। ਇੱਧਰ ਉੱਧਰ ਫੜਨ ਦੀ ਬਜਾਏ ਕੀ ਆਪਣੇ ਕੋਲ ਕਿਸੇ ਬੈਂਕ ਨਾਲ ਵੀ ਅਜਿਹਾ ਟਾਈ ਅਪ ਹੈ ਕਿ ਆਪਾਂ ਲੋਨ ਅਵੇਲ ਕਰਾਉਣ 'ਚ ਉਹਨਾਂ ਦੀ ਮਦਦ ਕਰ ਸਕੀਏ? ਬੇਦੀ ਸਾਹਿਬ 2 ਚੀਜ਼ਾਂ ਨੇ ਜੀ ਇੱਥੇ। ਪਹਿਲੀ ਗੱਲ ਤਾਂ ਲੋ ਬਜਟ ਕਾਲਜਿਸ ਐਂਡ ਯੂਨੀਵਰਸਿਟੀਜ਼ ਵਰਲਡ ਵਾਈਡ ਉਹ ਵੀ ਹੈਗੀਆਂ ਨੇ। ਜੇ ਕਿਸੇ ਦਾ ਬਜਟ 18-20 ਲੱਖ ਰੁਪਈਆ ਖਰਚਣ ਦਾ ਨਹੀਂ ਹੈਗਾ, 4-5-6 ਲੱਖ ਰੁਪਇਆ ਲਗਾ ਕੇ ਵੀ ਉਹ ਸਿੰਗਾਪੁਰ ਜਾਂ ਦੁਬਈ ਵਰਗੀਆਂ ਕੰਟਰੀਆਂ 'ਚ ਪੜ੍ਹ ਸਕਦੇ ਨੇ। ਤੇ ਦੁਬਈ ਵਿੱਚ ਵੀ ਜਿਹੜੀ ਪੜ੍ਹਾਈ ਅੱਜ ਕਰਵਾਈ ਜਾ ਰਹੀ ਹੈ, ਯੂਕੇ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਯੂਕੇ ਦੀਆਂ ਯੂਨੀਵਰਸਿਟੀਆਂ ਨੇ ਉੱਥੇ ਕੈਂਪਸ ਖੋਲ੍ਹੇ ਨੇ ਜਿੱਥੇ ਬੱਚਾ 5-6 ਲੱਖ ਰੁਪਇਆ ਸਾਲ ਦੀ ਫੀਸ ਦੇ ਕੇ ਪੜ੍ਹ ਸਕਦਾ ਹੈ। ਗੱਲ ਆ ਗਈ ਲੋਨ ਦੀ। ICICI ਬੈਂਕ ਤੇ SBI ਦੇ ਨਾਲ ਕੈਪਰੀ ਐਜੂਕੇਸ਼ਨ ਦਾ ਐਕਸਕਲੂਸਿਵ ਟਾਈ ਅਪ ਹੈ ਜੀ ਉਹਨਾਂ ਬੱਚਿਆਂ ਦਾ ਲੋਨ ਪਾਸ ਕਰਵਾਉਣ ਵਾਸਤੇ। ਜੇ ਤੁਸੀਂ ਫਾਈਲ ਸਾਡੇ ਥਰੂ ਲਗਾਉਣਾ ਚਾਹੁੰਦੇ ਹੋ ICICI ਬੈਂਕ ਤੋਂ ਜਾਂ SBI ਤੋਂ ਤੁਹਾਡਾ ਜਿਹੜਾ ਐਜੂਕੇਸ਼ਨ ਲੋਨ ਪਾਸ ਕਰਵਾ ਕੇ ਦੇਣਾ ਸਾਡੀ ਜ਼ਿੰਮੇਵਾਰੀ ਹੈ। ਔਰ ਇਸੇ ਸੈਮੀਨਾਰ ਦੇ ਵਿੱਚ 17 ਜੂਨ ਵਾਲੇ ਸੈਮੀਨਾਰ ਦੇ ਵਿੱਚ ICICI ਬੈਂਕ ਵਾਲਿਆਂ ਦਾ ਸਟਾਫ ਵੀ ਉੱਥੇ ਮੌਜੂਦ ਰਹੇਗਾ, ਜਿਹਨਾਂ ਦਾ ਉੱਥੇ ਟੇਬਲ ਲੱਗਿਆ ਹੋਏਗਾ, ਜਿਨ੍ਹਾਂ ਕੋਲ ਜਾ ਕੇ ਤੁਸੀਂ ਆਪਣੀ ਲੋਨ ਦੀ ਫਾਰਮੈਲਿਟੀ ਜਿਹੜੀ ਹੈ ਮੌਕੇ ਤੇ ਹੀ ਪੂਰੀ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਕਰਾਂਗੇ ਨਿਤਿਨ ਚਾਵਲਾ ਜੀ ਦਾ। ਤੇ ਦਰਸ਼ਕੋ ਤੁਸੀਂ ਵੀ ਧਿਆਨ ਰੱਖਣਾ ਹੈ ਕਿ ਕੈਨੇਡਾ ਇੱਕ ਡੈਸਟੀਨੇਸ਼ਨ ਜ਼ਰੂਰ ਹੈ, ਪਰ ਉਹ ਸਿਰਫ ਇਕੱਲੀ ਡੈਸਟੀਨੇਸ਼ਨ ਨਹੀਂ ਹੈ। ਤੁਸੀਂ ਕੈਨੇਡਾ ਜਾ ਵੀ ਸਕਦੇ ਹੋ, ਪੜ੍ਹ ਵੀ ਸਕਦੇ ਹੋ, ਆਪਣਾ ਜੀਵਨ ਸਫਲ ਬਣਾ ਸਕਦੇ ਹੋ, ਕਰੀਅਰ ਬਣਾ ਸਕਦੇ ਹੋ। ਲੇਕਿਨ ਇਨ ਕੇਸ ਤੁਸੀਂ ਕਿਸੇ ਕਾਰਨ ਕਰਕੇ ਕੈਨੇਡਾ ਨਹੀਂ ਵੀ ਜਾ ਪਾਉਂਦੇ ਤਾਂ US, UK, ਯੂਰਪ ਦੇ ਨਾਲ ਲੱਗਦਾ ਹੋਇਆ ਸਾਈਪਰਸ, UAE ਦਾ ਸਭ ਤੋਂ ਮਸ਼ਹੂਰ ਸ਼ਹਿਰ ਦੁਬਈ, ਸਿੰਗਾਪੁਰ, ਨਾਲ ਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਤੁਹਾਡੇ ਕੋਲ ਵਿਕਲਪ ਬੜੇ ਖੁੱਲੇ ਹੋਏ ਨੇ। ਤੇ ਨਿਤਿਨ ਚਾਵਲਾ ਜੀ ਯਾਨੀ ਕਿ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਹਮੇਸ਼ਾ ਤੁਹਾਡੇ ਕੋਲ ਹੈ। ਬੱਸ ਅੱਡੇ ਦੇ ਨਜ਼ਦੀਕ ਇਹਨਾਂ ਦਾ ਆਫਿਸ ਹੈ ਤੇ ਬਿਲਕੁਲ ਉਹਦੇ ਨਜ਼ਦੀਕ ਹੀ 17 ਜੂਨ ਨੂੰ ਯਾਦ ਰੱਖਣਾ, 17 ਜੂਨ 2023 ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸੈਮੀਨਾਰ ਹੋਣ ਜਾ ਰਿਹਾ, ਵਰਲਡ ਐਜੂਕੇਸ਼ਨ ਫੇਅਰ ਹੋਣ ਜਾ ਰਿਹਾ ਹੋਟਲ ਰਜੈਂਟਾ ਕਲਾਸਿਕ ਦੇ ਵਿੱਚ, ਜਿੱਥੇ ਅਲੱਗ-ਅਲੱਗ ਯੂਨੀਵਰਸਿਟੀ ਕਾਲਜਾਂ ਤੋਂ ਡਾਇਰੈਕਟ ਤੁਸੀਂ ਉੱਥੇ ਬੰਦੇ ਆਣਗੇ, ਰਿਪਰੈਜ਼ੈਂਟੇਟਿਵ ਆਣਗੇ, ਉਹਨਾਂ ਨੂੰ ਮਿਲ ਸਕਦੇ ਹੋ, ਆਪਣੀ ਹਰ ਤਰ੍ਹਾਂ ਦੀ ਜਿਹੜੇ ਕੁਐਰੀਜ਼ ਨੇ ਉਹਨਾਂ ਦੇ ਤੁਸੀਂ ਸੋਲੂਸ਼ਨ ਲੈ ਸਕਦੇ ਹੋ। ਤੇ ਯਾਦ ਰੱਖਣਾ ਉੱਥੇ ICICI ਬੈਂਕ ਦਾ ਉੱਥੇ ਕਨੋਪੀ ਵੀ ਲੱਗੀ ਹੋਊਗੀ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੀ ਕੋਈ ਲੋਨ ਦੀ ਅਵੇਲੇਬਿਲਿਟੀ ਹੈ। ਸੋ ਇੱਕੋ ਛੱਤ ਹੇਠ ਤੁਹਾਨੂੰ ਪੜ੍ਹਾਈ ਤੋਂ ਲੈ ਕੇ ਐਡਮਿਸ਼ਨਸ ਤੋਂ ਲੈ ਕੇ ਤੁਹਾਨੂੰ ਲੋਨ ਫੈਸਿਲਿਟੀਜ਼ ਤੋਂ ਲੈ ਕੇ ਹਰ ਤਰ੍ਹਾਂ ਦੀ ਫੈਸਿਲਿਟੀਜ਼ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਅਵੇਲ ਕਰਵਾਉਣ ਜਾ ਰਿਹਾ। ਸੋ ਨਾਮ ਇੱਕੋ ਯਾਦ ਰੱਖਣਾ, ਨਿਤਿਨ ਚਾਵਲਾ, ਤੁਹਾਡੀ ਹਰ ਮਰਜ਼ ਦੀ ਦੁਆ। ਧੰਨਵਾਦ ਨਿਤਿਨ ਚਾਵਲਾ ਜੀ। ਥੈਂਕ ਯੂ ਵੈਰੀ ਮਚ ਸਰ। ਸਤਿ ਸ਼੍ਰੀ ਅਕਾਲ।